ਮੋਗਾ 'ਚ ਖਾਲਿਸਤਾਨ ਝੰਡਾ ਲਗਾਉਣ ਵਾਲਿਆਂ ਨੂੰ ਵਿਦੇਸ਼ ਤੋਂ ਆਏ ਸਨ $267.64। ਪੁੱਛਗਿੱਛ ਦੌਰਾਨ ਹੋਇਆ ਖੁਲਾਸਾ। ਜੀ ਹਾਂ, ਦੱਸ ਦਈਏ ਕਿ ਮੋਗਾ ਦੇ ਡੀਸੀਪੀ ਦਫ਼ਤਰ ਤੇ ਲਗਾਏ ਗਏ ਖਾਲਿਸਤਾਨੀ ਝੰਡੇ ਦੇ ਮਾਮਲੇ 'ਚ ਬੀਤੀ ਦਿਨੀ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨੀ ਸਮਰਥਕਾਂ ਨੂੰ ਮੋਗਾ ਅਦਾਲਤ 'ਚ ਪੇਸ਼ ਕਰਕੇ 5 ਸਤੰਬਰ ਤੱਕ ਰਿਮਾਂਡ ਹਾਸਲ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਨੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਇਹਨਾਂ ਨੂੰ ਲਗਭਗ $267.64 ਦੀ ਰਾਸ਼ੀ ਆਈ ਸੀ, ਜਿਸ ਨੂੰ ਫੜੇ ਖਾਲਿਸਤਾਨੀ ਸਮਰਥਕ ਇੰਦਰਜੀਤ ਵੱਲੋਂ ਅੰਮ੍ਰਿਤਸਰ ਤੋਂ ਲਿਆਇਆ ਗਿਆ ਸੀ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਸਹੁਰੇ ਨੇ ਪੈਟਰੋਲ ਪਾ ਕੇ ਨੂੰਹ ਨੂੰ ਲਗਾਈ ਅੱਗ, ਸੜਨ 'ਚ ਕਸਰ ਰਹੀ ਤਾਂ ਕਹੀ ਨਾਲ ਕੀਤਾ ਵਾਰ। ਜੀ ਹਾਂ, ਦੱਸ ਦਈਏ ਕਿ ਬਰਨਾਲਾ ਦੇ ਪਿੰਡ ਠੀਕਰੀਵਾਲਾ 'ਚ ਸਹੁਰੇ ਨੇ ਆਪਣੇ ਨੂੰਹ ਤੇ ਪੈਟਰੋਲ ਪਾ ਕੇ ਉਸ ਨੂੰ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਉਸ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੜਨ ਵਿੱਚ ਕਸਰ ਰਹੀ ਤਾਂ ਉਸਨੇ ਕਹੀ ਨਾਲ ਵਾਹ ਦਿੱਤਾ। ਪੀੜਤਾ ਦੀ ਪਹਿਚਾਣ ਲਵਨੀਤ ਕੌਰ ਵਜੋਂ ਹੋਈ ਸੀ। ਉਸ ਨੂੰ ਚੰਡੀਗੜ੍ਹ PGI ਦਾਖਲ ਕਰਵਾਇਆ ਗਿਆ। ਇੱਥੇ ਪੀੜਤ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰ ਦੇ ਨਜ਼ਦੀਕੀਆਂ ਦੇ ਮੁਤਾਬਿਕ ਪੂਰੀ ਸਾਜ਼ਿਸ਼ ਤਹਿਤ ਉਸ ਨੂੰ ਨੂੰਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਪੀੜਤ ਦੇ ਪਰਿਵਾਰ ਵਾਲਿਆਂ ਤੋਂ ਪੈਸੇ ਮੰਗ ਰਿਹਾ ਸੀ, ਜਿਸ ਕਾਰਨ ਉਸ ਨੇ ਲੜਕੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਪੰਜਾਬ ਅਤੇ ਚੰਡੀਗੜ੍ਹ 'ਚ ਅਗਲੇ 3 ਭਾਰੀ ਮੀਂਹ ਪੈਣ ਦੀ ਸੰਭਾਵਨਾ। ਜੀ ਹਾਂ, ਦੱਸ ਦਈਏ ਕਿ ਮੌਸਮ ਵਿਭਾਗ ਨੇ ਆਉਣ ਵਾਲੇ 3 ਦਿਨਾਂ 'ਚ ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਪੈਣ ਬਾਰੇ ਭਵਿੱਖਬਾਣੀ ਕੀਤੀ ਹੈ। ਸ਼ਹਿਰ ਦਾ ਜ਼ਿਆਦਾਤਰ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਆਉਣ ਵਾਲੇ 3 ਦਿਨਾਂ ਵਿੱਚ ਮੀਂਹ ਪੈ ਸਕਦਾ ਹੈ। ਸ਼ਹਿਰਾਂ ਵਿੱਚ ਤਾਪਮਾਨ ਅਤੇ ਹੁਮਸ ਵੱਧ ਰਹੀ ਹੈ, ਜਿਸ ਕਾਰਨ ਲੋਕ ਬੇਹਾਲ ਹੋ ਰਹੇ ਹਨ। ਲੋਕ ਗਰਮੀ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਕੂਲਰ ਜਾਂ AC ਦੀ ਵਰਤੋਂ ਕਰ ਰਹੇ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਅਤੇ ਹੁਮਸ ਤੋਂ ਰਾਹਤ ਮਿਲੇਗੀ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਕੀ ਚੱਲਣਗੀਆਂ ਹੋਰ ਟ੍ਰੇਨਾਂ? ਰੇਲ ਮੰਤਰਾਲੇ ਨੇ ਦਿੱਤਾ ਅਹਿਮ ਬਿਆਨ। ਜੀ ਹਾਂ, ਦੱਸ ਦਈਏ ਕਿ ਵਧੇਰੀ ਮੰਗ ਵਾਲੇ ਖੇਤਰਾਂ 'ਚ ਯਾਤਰੀਆਂ ਦੀ ਸਹੂਲਤ ਲਈ ਹੋਰ ਵਿਦੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਜਿਸ ਲਈ ਰਾਜ ਸਰਕਾਰ ਤੋਂ ਸਹਿਮਤੀ ਮੰਗੀ ਜਾ ਰਹੀ ਹੈ। ਹਾਲਾਂਕਿ ਰੇਲਵੇ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਫਿਲਹਾਲ ਚੱਲ ਰਹੀਆਂ 230 ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਹੋਰ ਕਿੰਨੀਆਂ ਅਜਿਹੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਸੂਤਰਾਂ ਨੇ ਦੱਸਿਆ ਕਿ ਨਵੀਂ ਸਪੈਸ਼ਲ ਟ੍ਰੇਨ ਚਲਾਉਣ ਦਾ ਐਲਾਨ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੌਜੂਦਾ ਸਮੇਂ COVID-19 ਦੇ ਕਾਰਨ ਸਾਰੀਆਂ ਨਿਯਮਤ ਯਾਤਰੀ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ। ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀਆਂ ਯੋਜਨਾਵਾਂ ਹਨ। ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਪੰਜਾਬ 'ਚ ਕੋਰੋਨਾ ਨੇ ਮਾਰੀ ਵੱਡੀ ਛਾਲ। ਇੱਕ ਦਿਨ 'ਚ 59 ਮੌਤਾਂ ਤੇ 1522 ਨਵੇਂ ਮਾਮਲੇ ਸਾਹਮਣੇ। ਜੀ ਹਾਂ, ਦੱਸ ਦਈਏ ਕਿ ਪੰਜਾਬ ਕੋਰੋਨਾ ਦੀ ਰਫ਼ਤਾਰ ਹੋਰ ਤੇਜ਼ੀ ਹੁੰਦੀ ਜਾ ਰਹੀ ਹੈ। ਸੂਬੇ ਅੰਦਰ ਵੀਕਐਂਡ ਸਮੇਤ ਕਈ ਪਾਬੰਦੀਆਂ ਦੇ ਬਾਵਜੂਦ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਨਾਲ ਰੋਜ਼ਾਨਾ ਮੌਤਾਂ ਦੇ ਅੰਕੜੇ 'ਚ ਵਾਧਾ ਦਰਜ ਕੀਤਾ ਗਿਆ ਹੈ। ਅੱਜ ਕੋਰੋਨਾ ਦੇ 1522 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇੱਕ ਦਿਨ ਦੌਰਾਨ ਮੌਤਾਂ ਦੀ ਗਿਣਤੀ ਵੀ 59 ਤੱਕ ਪਹੁੰਚ ਗਈ ਹੈ। ਸੂਬੇ ਅੰਦਰ ਕੋਰੋਨਾ ਮਰੀਜ਼ਾਂ ਦਾ ਅੰਕੜਾ 55,508 ਹੋ ਗਿਆ ਹੈ। ਅੱਜ 59 ਲੋਕਾਂ ਦੇ ਮੌਤ ਦੇ ਮੂੰਹ 'ਚ ਚਲੇ ਜਾਣ ਬਾਅਦ ਮਰਨ ਵਾਲਿਆਂ ਦਾ ਅੰਕੜਾ ਵੀ 1512 ਤੱਕ ਪਹੁੰਚ ਗਿਆ ਹੈ। ਮੰਗਲਵਾਰ ਨੂੰ 1522 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ 216 ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 211 ਮਰੀਜ਼ ਮੋਹਾਲੀ ਅਤੇ 101 ਅੰਮ੍ਰਿਤਸਰ, 120 ਪਟਿਆਲਾ, 168 ਮਰੀਜ਼ ਜਲੰਧਰ ਤੋਂ ਆਏ ਹਨ। 168 ਮਰੀਜ਼ ਜਲੰਧਰ ਤੋਂ ਸਾਹਮਣੇ ਆਏ ਹਨ। ਇਸ ਤਰ੍ਹਾਂ 1522 ਨਵੇਂ ਕੇਸਾਂ ਦੇ ਮੁਕਾਬਲੇ ਅੱਜ ਕੁੱਲ 120 ਮਰੀਜ਼ ਸਿਹਤਯਾਬ ਹੋ ਗਏ ਹਨ। ਇਸ ਤਰ੍ਹਾਂ 1522 ਨਵੇਂ ਕੇਸਾਂ ਦੇ ਮੁਕਾਬਲੇ ਅੱਜ 120 ਮਰੀਜ਼ ਸਿਹਤਯਾਬ ਹੋ ਗਏ ਹਨ। ਵਾਧੇ ਹਾਂ ਜੀ ਅਗਲੀ ਖਬਰ ਵੱਲ।
ਸੈਣੀ ਹੀਨੀਅਸ ਜ਼ੁਲਮ 'ਚ ਮੁਲਜ਼ਮ ਇਸ ਲਈ ਜ਼ਮਾਨਤ ਰੱਦ ਬਾਹਰ ਰਹੇ ਤਾਂ ਕਰ ਸਕਦੇ ਨੇ ਇਹ ਕੰਮ। ਜੀ ਹਾਂ, ਦੱਸਦੀ ਕਿ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸਾਬਕਾ ਡੀਸੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਮੋਹਾਲੀ ਦੇ ਜੱਜ ਰਜਨੀਸ਼ ਗਰਗ ਨੇ ਸਖਤ ਟਿੱਪਣੀ ਕੀਤੀ ਹੈ। ਜੱਜ ਨੇ ਕਿਹਾ ਕਿ ਸੁਮੇਧ ਸਿੰਘ ਸੈਣੀ ਹੀਨੀਅਸ ਜੁਰਮ ਵਿੱਚ ਮੁਲਜ਼ਮ ਨੇ, ਇਸ ਲਈ ਉਸ ਨੂੰ ਅਗਵਾਊ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ, ਉਹ ਰਾਹਤ ਦੇ ਕਾਬਿਲ ਨਹੀਂ ਹਨ। ਸਿਰਫ ਇੰਨਾ ਨਹੀਂ, ਜੱਜ ਨੇ ਕਿਹਾ ਕਿ ਸੈਣੀ ਵੱਡੇ ਅਹੁਦੇ ਦੇ ਰਹੇ ਹਨ। ਸਿਰਫ ਇੰਨਾ ਹੀ ਨਹੀਂ, ਜੱਜ ਨੇ ਕਿਹਾ ਕਿ ਸੈਣੀ ਵੱਡੇ ਅਹੁਦੇ ਤੇ ਰਹੇ ਹਨ ਤੇ ਉਹ ਆਪਣੇ ਪਾਵਰ ਦੀ ਵਰਤੋਂ ਕਰ ਸਕਦੇ ਹਨ, ਇਸ ਲਈ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਸੁਮੇਧ ਸਿੰਘ ਸੈਣੀ ਖਿਲਾਫ ਵਾਅਦਾ ਮਾਫੀ ਗਵਾਹ ਦੀ ਗਵਾਹੀ ਤੋਂ ਬਾਅਦ ਉਸ ਖਿਲਾਫ ਮੁਲਤਾਨੀ ਕਿਡਨੈਪਿੰਗ ਮਾਮਲੇ 'ਚ ਧਾਰਾ 302 ਜੋੜੀ ਗਈ ਸੀ, ਜਿਸ ਦੇ ਬਾਅਦ ਸੁਮੇਧ ਸਿੰਘ ਸੈਣੀ ਨੇ ਅਗਾਊ ਜ਼ਮਾਨਤ ਦੇ ਲਈ ਮੋਹਾਲੀ ਕੋਰਟ ਦਾ ਰੁਖ ਕੀਤਾ ਸੀ। ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਯਾਨੀ SIT ਦੇ ਵਕੀਲ ਸਰਤੇਜ ਨਰੂਲਾ ਨੇ ਕਿਹਾ ਕਿ ਅਸੀਂ ਕੋਰਟ ਵਿੱਚ ਕਈ ਦਲੀਲਾਂ ਦਿੱਤੀਆਂ ਅਤੇ ਅਦਾਲਤ ਨੇ ਦੱਸਿਆ ਕਿ ਇਸ ਮਾਮਲੇ 'ਚ ਸੁਦੇਖ ਸੈਣੀ ਦੀ ਕਸਟਡੀ ਨੂੰ ਲੈ ਕੇ ਪੁੱਛਗਿੱਛ ਕਰਨਾ ਜ਼ਰੂਰੀ ਹੈ, ਕਿਉਂਕਿ ਹੁਣ ਤੱਕ ਸੈਣੀ ਦੀ ਜਾਂਚ ਸਿਰਫ ਇੱਕ ਵਾਰ ਹਿੱਸਾ ਲਿਆ ਹੈ। ਉਸ ਤੋਂ ਵੀ ਜ਼ਿਆਦਾ ਸੈਣੀ ਇਹ ਕਹਿ ਕੇ ਸਵਾਲਾਂ ਦੇ ਜਵਾਬ ਤੋਂ ਬਚਦੇ ਨਜ਼ਰ ਆਏ ਹਨ ਕਿ ਉਹ ਬਹੁਤ ਪੁਰਾਣਾ ਮਾਮਲਾ ਹੈ ਅਤੇ ਉਹਨਾਂ ਨੂੰ ਯਾਦ ਨਹੀਂ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਕੋਰੋਨਾ ਦਾ ਅਸਰ 2021 ਤੱਕ ਭਾਰਤ ਸਭ ਤੋਂ ਵੱਧ ਕਰਜ਼ਾ ਭਾਰ ਵਾਲੇ ਦੇਸ਼ਾਂ 'ਚ ਸ਼ਾਮਿਲ ਹੋਵੇਗਾ। ਜੀ ਹਾਂ, ਦੱਸਦੀ ਕਿ ਸੰਸਾਰ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਮੈਂਟ ਸਰਵਿਸ ਨੇ ਕਿਹਾ ਕਿ ਸਾਲ 2021 ਤੱਕ ਭਾਰਤ ਉੱਭਰਦਾ ਬਾਜ਼ਾਰਾਂ ਵਿੱਚ ਸਭ ਤੋਂ ਵੱਧ ਕਰਜ਼ਾ ਬੋਝ ਵਾਲੀਆਂ ਅਰਥ-ਵਿਵਸਥਾ ਵਿੱਚ ਸ਼ਾਮਿਲ ਹੋਵੇਗਾ। ਰੇਟਿੰਗ ਏਜੰਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਰਥਿਕ ਵਾਧਾ ਅਤੇ ਖਜ਼ਾਨੇ ਦੇ ਘਾਟੇ ਦੀ ਗਿਣਤੀ ਦੇ ਵੱਡੇ ਉੱਭਰਦੇ ਬਾਜ਼ਾਰਾਂ ਦੀ ਅਰਥ-ਵਿਵਸਥਾ ਤੇ ਅਸਰ ਪਾਵੇਗਾ ਅਤੇ ਅਗਲੇ ਕੁਝ ਸਾਲਾਂ ਤੱਕ ਇਹਨਾਂ ਦਾ ਕਰਜ਼ਾ ਬੋਝ ਕਾਫੀ ਉੱਚਾ ਰਹੇਗਾ। ਮੂਡੀਜ਼ ਦਾ ਕਹਿਣਾ ਹੈ ਕਿ ਉੱਭਰਦੇ ਬਾਜ਼ਾਰ ਦੀਆਂ ਅਰਥ-ਵਿਵਸਥਾ ਵਿੱਚ ਵਧੇ ਮੁੱਢਲੇ ਘਾਟੇ ਕਾਰਨ ਉਹਨਾਂ ਦਾ ਕਰਜ਼ਾ ਬੋਝ 2019 ਦੇ ਮੁਕਾਬਲੇ 2021 ਤੱਕ 10% ਅੰਕ ਵਧਾ ਸਕਦਾ ਹੈ। ਇਹਨਾਂ ਵਿੱਚੋਂ ਕੁਝ ਦੇ ਉੱਚੇ ਵਿਆਜ ਭੁਗਤਾਨ ਦਾ ਵੀ ਬੋਝ ਹੋਵੇਗਾ, ਜਿਸ ਨਾਲ ਉਹਨਾਂ ਦਾ ਕਰਜ਼ਾ ਹੋਰ ਵਧੇਗਾ। ਮੂਡੀਜ਼ ਨੇ ਕਿਹਾ ਕਿ ਵੱਡੇ ਉੱਭਰਦੇ ਬਾਜ਼ਾਰਾਂ ਵਾਲੀਆਂ ਅਰਥ-ਵਿਵਸਥਾਵਾਂ ਵਿੱਚ ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ ਦਾ ਕਰਜ਼ਾ ਬੋਝ ਸਭ ਤੋਂ ਜ਼ਿਆਦਾ ਹੋ ਸਕਦਾ ਹੈ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਪੰਜਾਬ ਦੇ ਹੋਸਟਲਾਂ ਤੇ PGI ਨੂੰ ਪ੍ਰਾਪਰਟੀ ਟੈਕਸ ਤੋਂ ਮਿਲ ਰਹੀ ਹੈ ਛੋਟ, ਖਤਮ ਨੋਟੀਫਿਕੇਸ਼ਨ ਜਾਰੀ। ਜੀ ਹਾਂ, ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਲੈਵਲ ਕੁਆਟਰਾਂ, ਹੋਸਟਲਾਂ ਅਤੇ PGI ਕਿਰਾਏ ਤੇ ਦਿੱਤੀਆਂ ਰਿਹਾਇਸ਼ੀ ਮਕਾਨਾਂ ਨੂੰ ਪ੍ਰਾਪਰਟੀ ਟੈਕਸ ਤੋਂ ਮਿਲ ਰਹੀ ਛੋਟ ਕੋਰੋਨਾ ਦੇ ਦੌਰੇ 'ਚ ਵਾਪਸ ਲੈ ਲਈ ਗਈ ਹੈ, ਜਿਸ ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਸਧਾਰਨ ਰਿਹਾਇਸ਼ੀ ਦਰਾਂ ਤੇ ਪ੍ਰਾਪਰਟੀ ਟੈਕਸ ਦੇ ਰਹੇ ਇਸ ਸ਼੍ਰੇਣੀ 'ਚ ਆਉਣ ਵਾਲੇ ਯੂਨਿਟਾਂ ਨੂੰ ਹੁਣ ਕਮਰਸ਼ੀਅਲ ਦਰਾਂ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣਾ ਪਵੇਗਾ। ਇਸ ਸੰਬੰਧੀ ਨੋਟੀਫਿਕੇਸ਼ਨ ਸਥਾਨਕ ਸਰਕਾਰ ਬਾਰੇ ਮਹਿਕਮੇ ਦੇ ਅਧਿਕਾਰੀ ਮੁੱਖ ਸਕੱਤਰ ਵੱਲੋਂ ਜਾਰੀ ਕਰ ਦਿੱਤਾ ਹੈ, ਜਿਸ ਮੁਤਾਬਿਕ ਉਪਕਰਨ 3 ਸ਼੍ਰੇਣੀਆਂ ਨੂੰ ਕਮਰਸ਼ੀਅਲ ਅਤੇ ਇੰਡਸਟਰੀ ਤੇ ਲਾਗੂ ਹੋਣ ਵਾਲੇ 5.5% ਟ੍ਰੈਫਿਕ ਦੇ ਨਾਲ ਸਟ੍ਰੈਚ ਕਰ ਦਿੱਤਾ ਗਿਆ ਹੈ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਲੁਟੇਰਿਆਂ ਤੇ ਭਾਰੀ ਪੈਣ ਵਾਲੀ ਕੁੜੀ ਨੂੰ ਮਿਲੇਗਾ 51,000 ਰੁਪਏ ਦਾ ਇਨਾਮ। ਜੀ ਹਾਂ, ਦੱਸਦੀ ਕਿ ਜ਼ਿਲ੍ਹੇ ਦੇ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ 15 ਸਾਲ ਕੁਸਮ, ਜਿਸ ਨੇ ਇੱਕ ਦੋਸ਼ੀ ਵੱਲੋਂ ਉਸ ਦੇ ਹਮਲਾ ਕਰਕੇ ਉਸ ਤੇ ਲੁੱਟ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ, ਉਸ ਦੇ ਬਾਵਜੂਦ ਉਸ ਨੇ ਲਾਮਿਸਾਲ ਹੌਸਲੇ ਅਤੇ ਬਹਾਦਰੀ ਨਾਲ ਮੋਬਾਈਲ ਖੋਹਣ ਵਾਲਿਆਂ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਸੀ। ਉਸ ਦੀ ਇਸ ਬਹਾਦਰੀ ਨੂੰ ਦੇਖਦੇ ਹੋਏ 51,000 ਰੁਪਏ ਦੀ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਪ੍ਰਸ਼ਾਸਨ ਵੱਲੋਂ ਦੂਸਰੀਆਂ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕੁਸਮ ਦੇ ਨਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਦੇ ਤਹਿਤ ਵਰਤਿਆ ਜਾਵੇਗਾ ਅਤੇ ਡੈਡੀ ਕੀ ਲਾਡਲੀ ਆਨਲਾਈਨ ਮੁਤਾਬਕ ਵੀ ਕਰਵਾਇਆ ਜਾਵੇਗਾ ਤੇ ਨੌਜਵਾਨ ਲੜਕੀਆਂ ਲਈ ਇਸ ਸਮੂਲੀਅਤ ਕਰਕੇ ਇਹ ਦੱਸ ਸਕਣਗੇ ਕਿ ਕਿਵੇਂ ਉਹਨਾਂ ਦੀ ਦਾਦੀ ਮਾਮਾ ਉਹਨਾਂ ਨੂੰ ਅੱਗੇ ਵਧਣ ਲਈ ਹੌਸਲਾ ਅਫਜ਼ਾਈ ਕਰ ਰਹੀਆਂ ਹਨ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਜਨੇਪੇ ਦੇ ਪੈਸੇ ਨਾ ਦੇ ਸਕਿਆ ਪਰਿਵਾਰ ਤੇ ਡਾਕਟਰਾਂ ਨੇ ਨਵਜੰਮੇ ਬੱਚੇ ਨੂੰ ਵਸੂਲੀ ਫੀਸ। ਜੀ ਹਾਂ, ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਗਰੀਬ ਮਾਤਾ ਪਿਤਾ ਵੱਲੋਂ ਜਨੇਪੇ ਦੀ ਫੀਸ 15,000 ਰੁਪਏ ਨਾ ਦੇ ਸਕਣ ਤੇ ਨਵਜੰਮੇ ਬੱਚੇ ਦਾ 1 ਲੱਖ ਰੁਪਏ ਦਾ ਸੌਦਾ ਕਰ ਦਿੱਤਾ। ਦੋਸ਼ ਹੈ ਕਿ ਡਾਕਟਰ ਨੇ ਜ਼ਬਰਦਸਤੀ ਇੱਕ ਕਾਗਜ਼ ਉੱਤੇ ਅੰਗੂਠਾ ਲਗਵਾ ਕੇ ਉਹਨਾਂ ਤੋਂ ਨਵਜੰਮੇ ਨੂੰ ਲਿਆ ਅਤੇ 1
ਲੱਖ ਰੁਪਏ ਦੇ ਬੱਚੇ ਦਾ ਸੌਦਾ ਕਰ ਦਿੱਤਾ ਅਤੇ ਉਹ ਆਪਣੀ ਫੀਸ ਦੀ ਰਕਮ ਰੱਖ ਕੇ ਬਾਕੀ 65000 ਰੁਪਏ ਪੀੜਤ ਪਰਿਵਾਰ ਨੂੰ ਦੇ ਦਿੱਤੇ। ਦੂਜੇ ਪਾਸੇ ਔਰਤ ਤਰਲੇ ਮਿੰਤਾ ਕਰਦੀ ਰਹੀ, ਪਤੀ ਕੁਝ ਨਾ ਕਰ ਸਕਿਆ ਕਿਉਂਕਿ ਉਹ ਬੇਵਸ ਸੀ। ਪੀੜਤ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੀ ਫੀਸ ਨਾ ਦੇ ਸਕਣ ਕਾਰਨ ਡਾਕਟਰਾਂ ਨੇ ਕਿਹਾ ਕਿ ਜੇ ਪੈਸੇ ਨਹੀਂ ਹਨ ਤਾਂ ਬੱਚਾ ਦੇਣਾ ਪਵੇਗਾ। ਬਬੀਤਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 25 ਅਗਸਤ ਨੂੰ ਜਦੋਂ ਡਿਸਚਾਰਜ ਦੀ ਵਾਰੀ ਆਈ ਤਾਂ ਹਸਪਤਾਲ ਨੇ 15000 ਰੁਪਏ ਦਾ ਬਿੱਲ ਅਦਾ ਕਰਨ ਲਈ ਕਿਹਾ। ਰਿਕਸ਼ਾ ਚਾਲਕ ਇਸ ਰਕਮ ਅਦਾ ਕਰਨ 'ਚ ਅਸਮਰਥ ਸੀ। ਇਸ ਕੋਲ ਸਿਰਫ 500 ਰੁਪਏ ਸਨ। ਹਸਪਤਾਲ ਦੀ ਫੀਸ ਦਾ ਭੁਗਤਾਨ ਨਾ ਕਰਨ ਤੇ ਡਾਕਟਰ ਨੇ ਜੋੜੇ ਤੋਂ ਜ਼ਬਰਦਸਤੀ ਇੱਕ ਕਾਗਜ਼ ਤੇ ਅੰਗੂਠਾ ਲਗਵਾ ਕੇ 65000 ਰੁਪਏ ਦੇ ਕੇ ਨਵਜੰਮੇ ਬੱਚੇ ਨੂੰ ਲੈ ਕੇ ਭਜਾ ਦਿੱਤਾ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਇਸ ਦੇਸ਼ 'ਚ ਆਲੂਆਂ ਦੇ ਕਾਰਨ ਲੱਖਾਂ ਲੋਕਾਂ ਦੀ ਹੋ ਰਹੀ ਹੈ ਮੌਤ। ਘਟ ਗਈ ਸੀ ਦੇਸ਼ 'ਚ 25% ਆਬਾਦੀ। ਜੀ ਹਾਂ, ਦੱਸ ਦਈਏ ਕਿ ਆਈਲੈਂਡ ਕੋਰੋਨਾ ਨਾਲ ਲੜ ਰਹੇ ਨੇਟਿਵ ਅਮਰੀਕਾ ਨੂੰ ਦਿੱਤੀ ਸਹਾਇਕ ਪ੍ਰਦਾਨ ਕਰ ਰਿਹਾ ਹੈ। ਇਸ ਦਾ ਕਾਰਨ 173 ਸਾਲ ਪੁਰਾਣੀ ਇੱਕ ਛੋਟੀ ਜਿਹੀ ਮਦਦ ਹੈ ਜੋ ਨੇਟਿਵ ਅਮਰੀਕਾ ਨੇ ਆਈਲੈਂਡ 'ਚ ਆਈ ਆਲੂ ਦੇ ਕਾਲ ਦੌਰਾਨ ਕੀਤੀ। ਇਸ ਕਾਲ ਵਿੱਚ ਲੱਖਾਂ ਆਇਰਿਸ਼ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ। ਸਾਲ 2081.1845 ਵਿੱਚ ਆਈਲੈਂਡ ਵਿੱਚ ਆਲੂ ਦਾ ਅਕਾਲ ਪੈ ਗਿਆ ਸੀ। ਦਰਅਸਲ ਉਸ ਸਮੇਂ ਪੀ ਇਨਫੈਸਟੇਸ਼ਨ ਦਾ ਨਾਂ ਇੱਕ ਵਿਸ਼ੇਸ਼ ਉੱਲੀ ਫੰਗਸ ਦੇ ਆਲੂ ਦੀ ਫਸਲ ਦੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸੀ। ਇਹ ਸਿਲਸਿਲਾ 1 ਜਾਂ 2 ਸਾਲ ਨਹੀਂ ਬਲਕਿ ਪੂਰੇ 7 ਸਾਲਾਂ ਤੋਂ ਬਾਅਦ 1852 ਤੱਕ ਚੱਲਿਆ। ਉਸ ਸਮੇਂ ਤੱਕ 1 ਮਿਲੀਅਨ ਤੋਂ ਵੱਧ ਆਇਰਿਸ਼ ਭੁੱਖਮਰੀ ਅਤੇ ਮਾੜੇ ਆਲੂ ਕਾਰਨ ਮਰ ਗਏ ਸੀ। ਜਿਸ ਸਮੇਂ ਲੱਖਾਂ ਲੋਕ ਆਈਲੈਂਡ ਛੱਡ ਕੇ ਦੂਜੇ ਦੇਸ਼ਾਂ ਵਿੱਚ ਚਲੇ ਗਏ। ਇਹ ਕਿਹਾ ਜਾ ਸਕਦਾ ਹੈ ਕਿ ਆਲੂ ਦੇ ਅਕਾਲ ਕਾਰਨ ਆਇਰਲੈਂਡ ਦੀ ਆਬਾਦੀ 25% ਤੋਂ ਘੱਟ ਹੋ ਗਈ। ਆਲੂ ਦੇ ਕਾਲ ਸਮੇਂ ਆਇਰਲੈਂਡ ਦੀ 70% ਆਬਾਦੀ ਆਲੂ ਖਾਦੀ ਸੀ। ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਉਹ ਨਾ ਤਾਂ ਕੁਝ ਨਵਾਂ ਬੀਜ ਸਕਦੇ ਹਨ ਅਤੇ ਨਾ ਹੀ ਕੁਝ ਖਰੀਦ ਸਕਦੇ ਹਨ।